ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਅੰਦਰ ਸੁਭਾਏਮਾਨ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵਡਭਾਗੇ ਹੋ ਜੋ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਅੰਦਰ ਸੰਧਿਆ ਵਕਤ ਤੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਅੰਮ੍ਰਿਤਮਈ ਬਾਣੀ ਦੇ ਜਾਪ ਕੀਰਤਨ ਸਰਵਣ ਕਰ ਰਹੇ ਸੀ। ਆਓ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਫਤਿਹ ਪ੍ਰਵਾਨ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਜੋ ਪਾਵਨ ਸ਼ਬਦ ਲੜੀਵਾਰ ਵਿਚਾਰ ਦੇ ਤਹਿਤ ਸਰਵਣ ਕੀਤਾ ਹੈ, ਇਹ ਪਾਵਨ ਸ਼ਬਦ ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਵੱਲੋਂ ਸੂਰਠ ਰਾਗ ਦੇ ਅੰਦਰ ਉਚਾਰਨ ਕੀਤਾ ਹੋਇਆ ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 618 ਦੇ ਉੱਪਰ ਇਹ ਸ਼ਬਦ ਸੁਭਾਏਮਾਨ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇਸ ਪਾਵਨ ਸ਼ਬਦ ਦੇ ਵਿੱਚ ਸਾਡੇ ਤੇ ਕਿਰਪਾ ਤਰਸ ਕਰਦੇ ਹੋਏ ਸਾਨੂੰ ਇਹ ਸਮਝਾ ਰਹੇ ਨੇ ਕਿ ਉਹ ਅਕਾਲ ਪੁਰਖ ਪਰਮਾਤਮਾ ਜਦੋਂ ਦਿਆਲੂ ਬਿਰਤੀ ਦੇ ਵਿੱਚ ਆ ਜਾਵੇ, ਜਦੋਂ ਬਖਸ਼ਿਸ਼ ਦੇ ਘਰ ਵਿੱਚ ਆ ਜਾਵੇ, ਫਿਰ ਜੀਵ ਦੇ ਜੀਵਨ ਦੇ ਵਿੱਚ ਕਿਵੇਂ ਆਨੰਦ ਖੇੜਾ ਬਦਲਾਓ ਆ ਜਾਂਦਾ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਈ ਵਾਰ ਮਨੁੱਖ ਆਪਣੇ ਜੀਵਨ ਦੇ ਵਿੱਚ ਬੜਾ ਦੁਖੀ ਹੁੰਦਾ ਹੈ, ਆਪਣੇ ਜੀਵਨ ਦੇ ਵਿੱਚ ਬੜਾ ਅੱਕਿਆ ਹੋਇਆ ਹੁੰਦਾ ਹੈ, ਪਰ ਜਦ ਉਹ ਗੁਰੂ ਦਾ ਗਿਆਨ ਲੈ ਕੇ ਰੱਬੀ ਰਾਹ ਵੱਲ ਤੁਰਦਾ ਹੈ, ਫਿਰ ਉਹਦੇ ਜੀਵਨ ਦੇ ਵਿੱਚ ਬਦਲਾਅ ਵੀ ਵੇਖਣ ਨੂੰ ਮਿਲਦਾ ਹੈ ਔਰ ਉਹਦੇ ਜੀਵਨ ਦੇ ਵਿੱਚ ਖੁਸ਼ੀਆਂ ਆਨੰਦ ਖੇੜਾ ਵੀ ਦੇਖਣ ਨੂੰ ਮਿਲਦਾ ਹੈ। ਰੋਜ਼ਾਨਾ ਹੀ ਆਸਾ ਕੀ ਵਾਰ ਦੀ ਬਾਣੀ ਪੜ੍ਹਨ ਸੁਣਨ ਲੱਗਿਆਂ ਅਸੀਂ ਸਤਿਗੁਰਾਂ ਦੇ ਪਾਵਨ ਬਚਨ ਆਪਣੇ ਜਿਹਨ ਦੇ ਵਿੱਚ ਲੈ ਕੇ ਆਉਂਦੇ ਹਾਂ ਕਿ ਬਲਿਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਹੁਣ ਮਨੁੱਖਾਂ ਤੋਂ ਦੇਵਤੇ ਬਣਾਉਣ ਦਾ ਮਤਲਬ ਇਹ ਨਹੀਂ ਕਿ ਸ਼ਾਇਦ ਕੋਈ ਵੱਖਰਾ ਰੂਪ ਦੇ ਦਿੱਤਾ। ਗੁਰੂ ਸਾਹਿਬ ਇਹੋ ਕਹਿ ਰਹੇ ਨੇ ਨਾ ਕਿ ਜਿਨ ਮਾਨਸ ਦੇ ਦੇਵਤੇ ਕੀਏ, ਮਨੁੱਖਾਂ ਤੋਂ ਦੇਵਤੇ ਬਣਾ ਦਿੱਤਾ। ਔਰ ਦੇਵਤੇ ਬਣਾਉਣ ਲੱਗਿਆਂ ਸਤਿਗੁਰੂ ਜੀ ਕਹਿੰਦੇ ਕੋਈ ਸਮਾਂ ਨਹੀਂ ਲੱਗਾ, ਕਰਤ ਨਾ ਲਾਗੀ ਵਾਰ, ਕੋਈ ਵਾਰ ਨਹੀਂ ਲੱਗੇ, ਦਿਨ ਨਹੀਂ ਲੱਗੇ, ਬਸ ਉਹਦੀ ਬਖਸ਼ਿਸ਼, ਉਹਦੀ ਮਿਹਰ ਦੀ ਨਿਗਾਹ ਇੱਕ ਖਿੰਨ ਦੇ ਵਿੱਚ ਹੀ ਬਖਸ਼ਿਸ਼ ਕਰਦੇ ਹੋਏ ਮਨੁੱਖਾਂ ਤੋਂ ਦੇਵਤੇ ਬਣਾ ਦਿੰਦੀ ਹੈ। ਸਮਰੱਥ ਗੁਰੂ ਸਿਰ ਹੱਥ ਧਰਿਓ, ਜਦੋਂ ਸਮਰੱਥ ਗੁਰੂ ਸਿਰ ਤੇ ਹੱਥ ਰੱਖਦਾ ਹੈ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਗੁਰੂ ਕਿਰਪਾ ਕਰਕੇ ਪ੍ਰਮਾਤਮਾ ਦੇ ਨਾਮ ਦੀ ਦਾਤ ਦਿੰਦਾ ਹੈ। ਜਿਸ ਦੇਖ ਚਰਨ ਅਗਨ ਹਰਿਓ, ਉਸ ਬਖਸ਼ਿਸ਼ ਦੇ ਨਾਲ ਜ਼ਿੰਦਗੀ ਦੇ ਕੀਤੇ ਹੋਏ ਪਾਪ ਨਾਸ਼ ਹੋ ਗਏ, ਖਤਮ ਹੋ ਗਏ। ਹੁਣ ਦੇਵਤੇ ਬਣਨ ਦਾ ਮਤਲਬ ਹੀ ਇਹ ਹੈ ਕਿ ਜੀਵਨ ਦੇ ਵਿੱਚ ਸ਼ੁਭ ਗੁਣ ਆ ਜਾਣੇ। ਦੇਵਤੇ ਬਣਨ ਦਾ ਮਤਲਬ ਇਹ ਨਹੀਂ ਕਿ ਸ਼ਾਇਦ ਕੋਈ ਆਪਾਂ ਸੋਚੀਏ ਵੀ ਰੂਪ ਰੰਗ ਬਦਲ ਗਿਆ, ਉਹਦੇ ਚਿਹਰੇ ਦਾ ਬਦਲਾਅ ਆ ਗਿਆ, ਅਸੀਂ ਸੋਚੀਏ ਇਹਦਾ ਰੰਗ ਗੋਰਾ ਹੋ ਜਾਏਗਾ। ਨਹੀਂ, ਇਹ ਗੱਲ ਨਹੀਂ। ਰਹਿੰਦਾ ਉਹ ਆਮ ਮਨੁੱਖਾਂ ਵਾਂਗ ਹੈ, ਕੱਪੜੇ ਵੀ ਸਾਡੇ ਵਰਗੇ ਨੇ, ਰਹਿਣ ਸਹਿਣ ਵੀ ਸਾਡੇ ਵਰਗਾ ਹੈ, ਰੂਪ ਰੰਗ ਵੀ ਸਾਡੇ ਵਰਗਾ ਹੈ, ਪਰ ਦੇਵਤਾ ਕਿਵੇਂ ਹੈ? ਦੇਵਤੇ ਦਾ ਅਰਥ ਹੈ ਉਹਦੇ ਗੁਣਾਂ ਦੇ ਵਿੱਚ ਬਦਲਾਅ ਆ ਗਿਆ, ਸ਼ੁਭ ਗੁਣਾਂ ਦਾ ਧਾਰਨੀ ਹੋ ਗਿਆ। ਉਹਦਾ ਜੀਵਨ ਜਿਹੜਾ ਹੈ ਉਹ ਸ਼ੁਭ ਗੁਣੀ ਬਣ ਗਿਆ। ਪਹਿਲਾਂ ਉਹ ਚੋਰ ਸੀ, ਅੱਜ ਸੰਤ ਬਣ ਗਿਆ, ਗੁਰਮੁਖ ਬਣ ਗਿਆ। ਕੱਲ ਤੱਕ ਉਹ ਠੱਗ ਸੀ,
ਅੱਜ ਗੁਰਮੁਖ ਬਣ ਗਿਆ। ਕੱਲ ਤੱਕ ਉਹ ਕਾਤਲ ਸੀ, ਅੱਜ ਰੱਬੀ ਰਾਹ ਦਾ ਪਾਂਧੀ ਬਣ ਗਿਆ। ਇਹ ਕੀ ਆ? ਦੇਵਤੇ ਕੀ ਹੈ? ਸਿੱਖ ਇਤਿਹਾਸ ਪੜ੍ਹ ਕੇ ਵੇਖ ਲਓ, ਇੱਕ ਨਹੀਂ ਬੇਅੰਤ ਸਾਡੇ ਸਾਹਮਣੇ ਦ੍ਰਿਸ਼ ਆਉਣਗੇ। ਭਾਈ ਭੂਮੀਏ ਦੀ ਗੱਲ ਕਰ ਲਈਏ, ਕੱਲ ਤੱਕ ਚੋਰੀਆਂ ਕਰਦਾ ਸੀ, ਅੱਜ ਚੋਰੀਆਂ ਛੱਡ ਕੇ ਬਾਬੇ ਨਾਨਕ ਦੇ ਪਾਏ ਹੋਏ ਪੂਰਨਿਆਂ ਤੇ ਤੁਰ ਪਿਆ। ਕੱਲ ਤੱਕ ਜੀਵਨ ਦੇ ਵਿੱਚ ਬਹੁਤ ਕੁਝ ਸੀ, ਅੱਜ ਜੀਵਨ ਦੇ ਵਿੱਚ ਬਹੁਤ ਬਦਲਾਅ ਹੈ। ਕੱਲ ਤੱਕ ਸੱਜਣ ਠੱਗ ਸੀ, ਅੱਜ ਭਾਈ ਸੱਜਣ ਬਣ ਗਿਆ। ਕੱਲ ਤੱਕ ਬਾਬਾ ਵਿਧੀ ਚੰਦ ਚੋਰ ਸੀ, ਅੱਜ ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਬਣ ਗਿਆ। ਕੱਲ ਤੱਕ ਭਾਈ ਮੰਝ ਕਬਰਾਂ ਦਾ ਪੁਜਾਰੀ ਸੀ, ਪਰ ਅੱਜ ਭਾਈ ਮੰਝ ਆ ਬਖਸ਼ਿਸ਼ ਦਾ ਪਾਤਰ ਬਣ ਗਿਆ ਕਿ ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣਹਾਰਾ। ਇਹਨੂੰ ਕਹਿੰਦੇ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਕੱਲ ਤੱਕ ਬੰਦਾ ਜਾਤਾਂ ਪਾਤਾਂ ਦੇ ਵਿੱਚ ਫਸਿਆ ਸੀ, ਅੱਜ ਉੱਚੀ ਆਵਾਜ਼ ਵਿੱਚ ਕਹਿੰਦਾ ਕਿ ਮਾਨਸ ਕੀ ਜਾਤ ਸਭੈ ਏਕੈ ਪਹਿਚਾਨ ਕੋ। ਇਹ ਕਰਾਮਾਤਾਂ ਨੇ, ਇਹਨੂੰ ਹੀ ਬਖਸ਼ਿਸ਼ ਕਿਹਾ ਜਾਂਦਾ ਹੈ। ਕੱਲ ਤੱਕ ਮਾਇਆ ਵਾਸਤੇ ਠੱਗੀਆਂ ਮਾਰਦਾ ਸੀ, ਭਟਕਦਾ ਫਿਰਦਾ ਸੀ, ਅੱਜ ਸਮਝ ਲੱਗ ਗਈ ਨਹੀਂ, ਮਾਇਆ ਦੀ ਨਹੀਂ ਮਿਆਂ ਦੀ ਲੋੜ ਹੈ। ਮਾਇਆ ਤੇ ਮਿਆਂ ਵਿੱਚ ਫਰਕ ਹੈ। ਮਿਆਂ ਦਾ ਅਰਥ ਬਖਸ਼ਿਸ਼। ਅੱਜ ਸਮਝ ਲੱਗ ਗਈ ਜ਼ਿੰਦਗੀ ਵਿੱਚ ਮਾਇਆ ਦੀ ਨਹੀਂ ਮਿਆਂ ਦੀ ਬਖਸ਼ਿਸ਼ ਦੀ ਲੋੜ ਹੈ, ਔਰ ਉਸ ਬਖਸ਼ਿਸ਼ ਦਾ ਪਾਤਰ ਬਣ ਕੇ ਜੀਵਨ ਦੇ ਵਿੱਚ ਆਨੰਦ ਮਾਣਨ ਲੱਗ ਗਿਆ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਅੱਜ ਗੁਰੂ ਦੀ ਪ੍ਰਾਪਤੀ ਕੀਤੀ, ਜ਼ਿੰਦਗੀ ਵਿੱਚ ਆਨੰਦ ਬਣ ਗਿਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ ਜਾਣ ਲਿਆ। ਅੱਜ ਆਨੰਦ ਦੀ ਡੈਫੀਨੇਸ਼ਨ ਪਤਾ ਲੱਗ ਗਈ। ਕੱਲ ਤੱਕ ਇਹੋ ਸੋਚਦਾ ਸੀ ਬਹੁਤ ਸਾਰਾ ਧਨ ਇਕੱਤਰ ਕਰ ਲਵਾਂ, ਬਹੁਤ ਸਾਰੀ ਮਾਇਆ ਇਕੱਤਰ ਕਰ ਲਵਾਂ, ਬਹੁਤ ਵੱਡਾ ਘਰ ਬਣਾ ਲਵਾਂ, ਬਹੁਤ ਜਾਇਦਾਦ ਇਕੱਠੀ ਹੋ ਜਾਏ, ਸ਼ਾਇਦ ਇਹਦੇ ਵਿੱਚ ਆਨੰਦ ਹੈ। ਪਰ ਜਦੋਂ ਅੱਜ ਬਖਸ਼ਿਸ਼ ਦਾ ਪਾਤਰ ਬਣਿਆ, ਹੁਣ ਪਤਾ ਲੱਗਾ ਨਹੀਂ, ਬਖਸ਼ਿਸ਼ ਦੇ ਵਿੱਚ ਆਨੰਦ ਹੈ। ਗੁਰੂ ਸਾਹਿਬ ਇਹੋ ਇਸ ਗੱਲ ਨੂੰ ਸ਼ਬਦ ਦੇ ਵਿੱਚ ਸਮਝਾ ਰਹੇ ਨੇ। ਗੁਰੂ ਸਾਹਿਬ ਕਹਿੰਦੇ ਜਿਸ ਦਿਨ ਉਹਦੀ ਬਖਸ਼ਿਸ਼ ਹੋ ਜਾਏ, ਉਸ ਦਿਨ ਜ਼ਿੰਦਗੀ ਵਿੱਚ ਆਨੰਦ ਖੇੜਾ ਸੁੱਖ ਹੈ। ਜਿਸ ਦਿਨ ਉਹਦੀ ਬਖਸ਼ਿਸ਼ ਦੇ ਪਾਤਰ ਬਣ ਗਏ, ਉਸ ਦਿਨ ਸਾਡਾ ਜੀਵਨ ਦਾ ਇੱਕ ਇੱਕ ਪਲ ਸੋਹਣਾ ਹੈ। ਅੱਜ ਪੁੱਛ ਕੇ ਵੇਖ ਲਓ, ਮੇਰੇ ਵਰਗੇ ਨੂੰ ਕੋਈ ਪੁੱਛੇ ਕੀ ਹਾਲ, ਮੈਂ ਕਹਾਂਗਾ ਜੀ ਬਹੁਤ ਦੁਖੀ ਹਾਂ। ਪਰਿਵਾਰ ਦਾ ਕੀ ਹਾਲ, ਬਹੁਤ ਦੁਖੀ ਹਾਂ। ਪਰ ਜਦੋਂ ਉਹਦੀ ਬਖਸ਼ਿਸ਼ ਦੇ ਪਾਤਰ ਬਣ ਗਏ, ਉਦੋਂ ਇੱਕੋ ਸ਼ਬਦ ਨਿਕਲੇਗਾ, ਚੜ੍ਹਦੀ ਕਲਾ। ਮੇਰਾ ਫਿਰ ਇਤਿਹਾਸ ਵੱਲ ਧਿਆਨ ਜਾਂਦਾ। ਸਾਡੇ ਪੁਰਾਣੇ ਸਿੱਖ ਸਰੀਰ ਤੇ ਫੱਟ ਲੱਗੇ ਨੇ, ਦੂਜਾ ਸਿੱਖ ਆ ਕੇ ਪੁੱਛਦਾ ਕਿਵੇਂ ਆ, ਕਹਿੰਦਾ ਚੜ੍ਹਦੀ ਕਲਾ। ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਮਾਵਾਂ ਦੇ ਬੱਚਿਆਂ ਨੂੰ ਫੜ ਕੇ ਟੋਟੇ ਟੋਟੇ ਕਰਕੇ ਗਲਾਂ 'ਚ ਹਾਰ ਪਾ ਦਿੱਤੇ ਜਾਂਦੇ, ਉੱਪਰ ਨੂੰ ਸੁੱਟ ਕੇ ਨੇਜਿਆਂ ਵਿੱਚ ਪਰੋ ਦਿੱਤਾ ਜਾਂਦਾ, ਤੇ ਸ਼ਾਮ ਨੂੰ ਜਦੋਂ ਅਰਦਾਸ ਕਰਦੀਆਂ, ਅਰਦਾਸ ਇਹੋ ਆ ਕਿ ਮਾਲਕ ਪ੍ਰਮਾਤਮਾ ਜੀ, ਤੇਰੇ ਭਾਣੇ ਵਿੱਚ 4 ਪੈਰ ਜਿਹੜਾ ਦਿਨ ਹੈ ਉਹ ਆਨੰਦ ਖੇੜੇ ਵਿੱਚ ਬਤੀਤ ਹੋਇਆ, ਕਿਰਪਾ ਕਰੀ 4 ਪੈਰ ਰਾਤ ਜਿਹੜੀ ਆਈ ਨਾ, ਇਹ ਵੀ ਤੇਰੇ ਹੁਕਮ ਦੇ ਵਿੱਚ ਆਨੰਦ ਖੇੜੇ ਵਿੱਚ ਬਤੀਤ ਹੋ ਜਾਏ। ਉੱਥੇ ਖੜੇ ਸਿਪਾਹੀ ਹੈਰਾਨ ਨੇ, ਮੀਰ ਮੰਨੂ ਹੈਰਾਨ ਹੈ। ਕਮਾਲ ਦੀ ਗੱਲ, ਇਹਨਾਂ ਦੇ ਬੱਚਿਆਂ ਨੂੰ ਫੜ ਕੇ ਨੇਜਿਆਂ ਵਿੱਚ ਪਰੋ ਦਿੱਤਾ ਗਿਆ, ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਾ ਦਿੱਤੇ ਗਏ, ਬੱਚਿਆਂ ਦੀ ਮੌਤ ਹੋ ਗਈ। ਇਹ ਫਿਰ ਵੀ ਸ਼ਬਦ ਵਰਤ ਰਹੀਆਂ ਕਿ 4 ਪੈਰ ਦਿਨ ਆਨੰਦ ਖੇੜੇ ਵਿੱਚ ਬਤੀਤ ਹੋਇਆ ਤੇਰੇ ਭਾਣੇ ਅੰਦਰ। ਪਰ ਇਹ ਤੇ ਤਾਂ ਹੀ ਸ਼ਬਦ ਨਿਕਲ ਸਕਦੇ ਨੇ ਨਾ ਜਦੋਂ ਉਹਦੀ ਬਖਸ਼ਿਸ਼ ਦੇ ਪਾਤਰ ਬਣੀਏ, ਜਦੋਂ ਉਹਦੀ ਕਿਰਪਾ ਦੇ ਪਾਤਰ ਬਣੀਏ। ਇਹਨੂੰ ਗੁਰੂ ਸਾਹਿਬ ਕਹਿੰਦੇ ਜਿਨ ਮਾਨਸ ਤੇ ਦੇਵਤੇ ਕੀਏ। ਵੇਖੋ ਨਾ ਬਾਬਾ ਬੰਦਾ ਸਿੰਘ ਬਹਾਦਰ, ਜਦੋਂ ਅਸੀਂ ਉਹਨਾਂ ਦਾ ਜੀਵਨ ਪੜ੍ਹਦੇ ਹਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਮਾਧੋ ਦਾਸ ਬੈਰਾਗੀ ਬਣਦਾ। ਕਿਉਂ ਬਣਦਾ? ਕਿ ਹਿਰਨੀ ਦਾ ਸ਼ਿਕਾਰ ਕੀਤਾ। ਜਦੋਂ
पेट पाड़िया, विचों बच्चे निकले हिरनी दे, वो अखां दे सामने तड़प तड़प के मर गए। दिल पिघल गया, अंदर दर्द जाग गया कि ये बच्चे जिहड़े ने मेरे करके, मेरी वजह करके ये बच्चे मर गए। छड़ दिता घर बार, छड़ दिता शिकार खेडना। पर जदों गुरु गोबिंद सिंह महाराज जी दे कोल आए, बख्शिश होई, बख्शिश दे पात्र बने ओह बाबा बंदा सिंह बहादुर जिहड़ा कल हिरनी दे बच्चियां नूं वेख के रो उठिया, कुरला उठिया। अज अपने 4 साल दे पुत्र बाबा अजय सिंह दा जदों सिपाही कलेजा कढ के बाबा बंदा सिंह बहादुर दे मूँह विच पाउंदे ने तां भी परवाह नहीं करता, तां भी चढ़दी कला विच है। क्यों? क्योंकि बख्शिश मिली है, किरपा है। जिहड़ा कल तक हिरनी दे बच्चियां तो वैराग विच आ गया, अज अपने पुत्र दे टोटे होण ते, कलेजा कढ के मूँह विच पाउण ते भी डोलदा नहीं, घबराउंदा नहीं, रोंदा नहीं, तड़फदा नहीं। क्यों? क्योंकि अज चढ़दी कला दी दात मिल गई, बख्शिश दी दात मिल गई, किरपा हो गई। इहनूं गुरु साहब ने कहा गुर प्रसाद। गुर प्रसाद दा अर्थ ही गुरु दी किरपा है। धन गुरु अर्जन साहब महाराज इस शब्द में ये कहते जदों जिंदगी दे विच उहदी बख्शिश दे पात्र बन जाइए ना, जदों मालक परमात्मा अपनी किरपा कर दिंदा, फिर जीवन दा एक एक पल सोहना बन जाता है, उहदी किरपा दे विच आनंद वाला बन जाता है। धन गुरु अर्जन साहब महाराज जी रहाओ दे बंद विच बचन करते हैं, भलो समूरत पूरा। भलो का अर्थ हुंदा चंगा, जिवें आपां शब्द करते, शब्द वरतते भी भला चंगा। भलो समूरत, समूरत। वैसे मूरत जिहड़ा शब्द है ये आकार वास्ते भी आउंदा है। मूरत आकार वास्ते, रूप वास्ते। समूरत सोहनी मूरत, सोहनी हस्ती, सोहना रूप, एक भी ये अर्थ आउणगे। पर जदों इत्थे अर्थ लवांगे, इत्थे अर्थ लवांगे समूरत, स ओह मूरत, मूरत समा, ओ समा। पूरा, पूरा दा अर्थ शुभ, चंगा, वधिया। सतगुरु कहंदे मनुख दे जीवन दा ओ जिहड़ा समा है ना, सोहना हुंदा है, शुभ हुंदा है, चंगा हुंदा है। किहड़ा? इन्नी पंक्ति दे अर्थ करिए, प्रश्न आ गया कि किहड़ा? फिर मैं बेनती करा, भलो, भलो का अर्थ चंगा, पूरा का अर्थ शुभ, चंगा, समूरत सोहना, मूरत हस्ती। एक मैं अर्थ दे ये कीते ने, पर जिहड़े अर्थ इत्थे टुकने ने उहने समूरत ओ समा, मूरत समूरत ओ समा। सतगुरु कहंदे ओ समा चंगा है, ओ समा सुहावना है, वो समा शुभ है। किहड़ा? प्रश्न आ गया कि किहड़ा? फिर अगली पंक्ति नूं विचारांगे, फिर पता लगेगा किहड़ा। सतगुरु कहंदे शांत सहज आनंद नाम जप वाजे अनहद तूरा। किहड़ा समा चंगा है जी? किहड़ा समा सोहना है? किहड़ा समा चंगा बतीत हुंदा? सतगुरु कहंदे नाम जप। जिस समय दे विच परमात्मा दा नाम जप के, जप दे पप्पे नूं सिहारी जप के, व्याकरण दे अनुसार इत्थे संबंधकी तौर ते सिहारी लगी है, जप के, नाम जप, नाम जप के, परमात्मा दा नाम जप के जदों अपने अंदर शांत, शांति, सहज, आत्मिक अडोलता, आनंद, आत्मिक तौर ते आनंद दा जिहड़ा एक रस वाजा वज जांदा ना, सब कहंदे ओ समा जीवन दा सोहना बतीत हुंदा है। हुण क्लीयर हो गया ना जीवन दा किहड़ा समा सोहना बतीत हुंदा जी? सब कहंदे परमात्मा दे नाम नूं जपदे आ, परमात्मा दे नाम नूं जप के जदों साडे अंदर शांति आ जांदी, आत्मिक अडोलता आ जांदी, जदों साडे अंदर एक रस लगातार आनंद बन जांदा, सब कहंदे जीवन दा ओ समा सोहना बन जांदा है। हुण फिर एक प्रश्न खड़ा हो जाता कि यह समा सोहना बनता किवें, जां जीवन दे विच
शांति आउंदी किवें, वो गुरु साहब ने नाल दी नाल क्लीयर कर दिता। नाम जप, परमात्मा दे नाम नूं जप के सिमरों, सिमर सिमर सुख पावों, शांत सहज आनंद, नाम जप सिमरों सिमर सिमर सुख पावों। सब कहते तेरे जीवन दे विच आत्मिक सुख कदों प्राप्त होणगे, जदों परमात्मा नूं सिमरेंगा, याद करेंगा, नाम जप। ते जदों तू नाम जप के आ दात प्राप्त की, उदों तेरे जीवन का समा सोहना बतीत हो गया, शोभनीक बन गया। पर दूसरे पासे जे परमात्मा भुले, फिर सब कहते परमेश्वर ते भुलिया। की हुंदा जी भुलिया? व्यापन सबे रोग। फिर जीवन विच रोगी बन जाइदा है। जे परमात्मा की याद भुले तो रोगी बन जाइदा, जे परमात्मा की याद नाल जुड़े रहिए फिर जीवन विच शांति, टिकाओ, आत्मिक अडोलता की दात मिल जाती है। जे उन्होंने भुलीए फिर जीवन कलयुग बन जाता। सतगुरु कहते एक घड़ी ना मिलते ता कलयुग होता। जे एक घड़ी भी उन्होंने वसार दईए, जीवन कलयुग बन गया। इस करके सतगुरु कहते नाम नूं जप के जीवन दे विच आत्मिक अडोलता, शांति, टिकाओ, आनंद बनता। तो यह लगातार एक रस बनया रहिंदा। अनहद दा अर्थ हुंदा एक रस लगातार। ये नहीं कि हुण है घड़ी नूं खत्म हो गया। ये वो आनंद है जिहड़ा एक रस प्राप्त हुंदा। वाजे अनहद तूरा, तूरा कहंदे ने वाजे नूं। वाजे, वाजे दा अर्थ वजदे ने। अनहद एक रस लगातार। वो आवाज़ जिसनों वजाउण की लोड़ नहीं पैंदी, उन्होंने अनहद कहा जाता। अनहद अर्थ कि जिवें किसी साज नूं वजाउण की लोड़ ना पए पर उसकी आवाज़ प्रगट हो रही, अनहद। सब कहते उन्हें शांति नूं कितों लैण नहीं जाना पैंदा, इस आनंद नूं कितों लैण नहीं जाना पैंदा। ये आनंद, ये शांति, ये सुख जीवन विच एक रस लगातार प्राप्त हुंदे रहिंदे ने। कि जिवें किसी साज नूं वजाया आवाज़ दिंदा ना, पर जिहड़ा अनहद आवाज़ है, अनहद साउंड है जिहड़ा, वो बिना वजाया वजदा, एक रस लगातार वजदा, दिन रात वजदा। सतगुरु कहते ये शांति, ये टिकाओ, ये आनंद भी एक रस लगातार मिलता। ये नहीं कि किते जाना पैंदा फिर मिलता, कितों लियाउणा पैंदा फिर मिलता, नहीं। ये एक रस लगातार मिलता रहिंदा, रैगूलर, दिन रात। पर किवें? नाम जप, परमात्मा दे नाम नूं जप के। पहले पदे विच सतगुरु कहंदे भये किरपाल गुरु गोविंदा, सगल मनोरथ पाए। आ है बख्शिश। भये किरपाल, जिस मनुख दे उत्ते परमात्मा किरपालू हो गया, जिस मनुख दे उत्ते परमात्मा दयावान हो गया, गुरु गोविंदा, परमात्मा का रूप गुरु दयावान हो गया। इंज कह लीए गुरु परमात्मा जिस मनुख उत्ते दयावान हो गया, कृपा दे घर विच आ गया, सगल मनोरथ पाए। सतगुरु कहते ओदे सारे मनोरथ पूरे हो जाते। मनोरथ का अर्थ मुरादां, ओदियां सारियां मुरादां पूरियां हो जांदियां। किहदियां मुरादां पूरियां आंदियां? जिहदे उत्ते गुरु परमात्मा दयावान हो जाए। तो दयावान कदों हुंदा? नाम जप। परमात्मा दे नाम नूं जपिया वो दयावान हो जाता। नाम जपण का मतलब ये नहीं कि कला जुबानी कलामी बोली जाना, इनू नाम जपना। नाम जपण का मतलब है उहदी होंद नूं स्वीकार करना। नाम के धारे सगले जंत, नाम के धारे खंड ब्रह्मांड, ये की है? परमात्मा की होंद। नाम के धारे सगले जंत, परमात्मा की होंद तो आ सारे जीव जंतु पैदा होए ने। परमात्मा की होंद करके आ सारे खंड ब्रह्मांड सृष्टि उत्पत्ति विच आई है। इहदा मतलब नाम का अर्थ की हो गया? परमात्मा की होंद। ते नाम जपण का मतलब की है? उहदी होंद नूं मनना, उहदी होंद नूं स्वीकार करना। नाम जपना की है? उहदे गुणां नूं जीवन दे विच लागू करना।
ਆਪਣੇ ਜੀਵਨ ਦੇ ਵਿੱਚ ਉਹਦੀ ਹੋਂਦ ਮੰਨਣੀ। ਮੇਰੀ ਹੋਂਦ ਕਾਹਦੇ ਕਰਕੇ ਹੈ? ਪਰਮਾਤਮਾ ਕਰਕੇ। ਇਹ ਕੀ ਆ? ਨਾਮ ਜਪਣਾ। ਜਦੋਂ ਇਵੇਂ ਅਸੀਂ ਆਪਣੇ ਜੀਵਨ ਦੇ ਵਿੱਚ ਉਹਦੇ ਗੁਣਾਂ ਦੇ ਧਾਰਨੀ ਬਣਦੇ ਹਾਂ, ਉਹਦੀ ਹੋਂਦ ਨੂੰ ਸਵੀਕਾਰ ਕਰਦੇ ਹਾਂ, ਉਹਦੀ ਹੋਂਦ ਨੂੰ ਮੰਨਦੇ ਹਾਂ। ਇਹ ਨਹੀਂ ਕਹਿੰਦੇ ਰੱਬ ਹੈ ਨਹੀਂ, ਨਹੀਂ ਰੱਬ ਹੈ, ਪਰ ਰੱਬ ਕਿਵੇਂ ਹੈ ਇਹ ਗੱਲ ਸਮਝਣ ਵਾਲੀ। ਅੱਜ ਜੋਰ ਲੱਗਾ, ਕੋਈ ਕਹਿੰਦਾ ਰੱਬ ਹੈ, ਕੋਈ ਕਹਿੰਦਾ ਰੱਬ ਨਹੀਂ ਹੈ, ਪਰ ਅਸਲੀਅਤ ਦੇ ਵਿੱਚ ਰੱਬ ਹੈ ਕਿਵੇਂ ਹੈ ਤੇ ਰੱਬ ਨਹੀਂ ਕਿਵੇਂ ਹੈ, ਗੱਲ ਤੇ ਇਹ ਸਮਝਣ ਵਾਲੀ। ਜੇ ਅਸੀਂ ਰੱਬ ਨੂੰ ਮੂਰਤੀਆਂ ਵਿੱਚੋਂ ਲੱਭਣ ਲੱਗ ਜਾਈਏ, ਫਿਰ ਸਤਿਗੁਰੂ ਕਹਿੰਦੇ ਰੱਬ ਨਹੀਂ ਹੈ। ਰੱਬ ਮੂਰਤੀਆਂ ਵਿੱਚ, ਰੱਬ ਆਕਾਰ ਵਿੱਚ ਨਹੀਂ ਹੈ। ਫਿਰ ਰੱਬ ਹੈ ਕਿਵੇਂ? ਸਤਿਗੁਰੂ ਕਹਿੰਦੇ ਆ ਸਾਰੀ ਕੁਦਰਤ ਵਿੱਚ ਹੈ, ਕੁਦਰਤ ਕਰਕੇ ਵਸਿਆ ਸੋਏ। ਆ ਕੁਦਰਤ ਵਿੱਚ ਰੱਬ ਹੈ। ਤੇ ਜੇ ਉਹਦਾ ਕੁਦਰਤ ਵਿੱਚੋਂ ਰੱਬ ਦਾ ਰੂਪ ਵੇਖਣਾ, ਕਿਵੇਂ ਵੇਖਣਾ ਪਏਗਾ? ਸਭ ਕਹਿੰਦੇ ਆ ਕੁਦਰਤ ਦੇ ਜੀਵਾਂ ਨੂੰ ਵੇਖ, ਇਹਨਾਂ ਸਾਰਿਆਂ ਦੇ ਵਿੱਚ ਰੱਬ ਵਿਚਰ ਰਿਹਾ, ਰੱਬ ਵਰਤ ਰਿਹਾ, ਇਹਦੇ ਤੋਂ ਰੱਬ ਦੀ ਪਹਿਚਾਣ ਹੁੰਦੀ ਹੈ। ਇੱਕ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਆਉਂਦਾ, ਮੈਂ ਸਮੇਂ ਨੂੰ ਲੈ ਕੇ ਇਸ਼ਾਰੇ ਮਾਤਰ ਗੱਲ ਕਰਾਂ। ਸਤਿਗੁਰੂ ਕਹਿੰਦੇ ਜੇ ਰੱਬ ਨੂੰ ਮੰਨਣਾ ਹੋਵੇ ਨਾ, ਕਿ ਰੱਬ ਦੀ ਸ਼ਨਾਖਤ ਪਹਿਚਾਣ ਕਰਨੀ ਹੋਵੇ, ਬਹੁਤਾ ਔਖਾ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਬਹੁਤਾ ਕਠਿਨ ਨਹੀਂ। ਇਹ ਤੇ ਸਾਡੇ ਤੇ ਡਿਪੈਂਡ ਕਰਦਾ ਕਿ ਅਸੀਂ ਰੱਬ ਦੀ ਹੋਂਦ ਨੂੰ ਮੰਨਣਾ ਕਿ ਨਹੀਂ ਮੰਨਣਾ। ਕੋਈ ਮੰਨ ਰਿਹਾ, ਕੋਈ ਨਹੀਂ ਮੰਨ ਰਿਹਾ। ਪਰ ਮੇਰਾ ਕਹਿਣਾ, ਕੋਈ ਐਸਾ ਮਨੁੱਖ ਨਹੀਂ ਜਿਹੜਾ ਰੱਬ ਨੂੰ ਨਾ ਮੰਨਦਾ ਹੋਵੇ। ਹਾਂ, ਜ਼ੁਬਾਨ ਤੋਂ ਕਹਿੰਦਾ ਹੋਏਗਾ ਮੈਂ ਰੱਬ ਨਹੀਂ ਮੰਨਦਾ, ਜ਼ੁਬਾਨ ਤੋਂ ਕਹਿ ਸਕਦਾ ਕੋਈ ਮੈਂ ਰੱਬ ਨਹੀਂ ਮੰਨਦਾ, ਪਰ ਜਦੋਂ ਉਹ ਬੰਦੇ ਦੇ ਕਰਮਾਂ ਨੂੰ ਵੇਖੋਗੇ ਪਤਾ ਲੱਗੇਗਾ ਰੱਬ ਨੂੰ ਮੰਨਦਾ ਹੈ। ਜਿਹੜੀ ਮੈਂ ਗੱਲ ਕਹਿਣ ਲੱਗਾ ਸੀ, ਗੁਰੂ ਨਾਨਕ ਸਾਹਿਬ ਕਹਿੰਦੇ ਹੱਟ ਪੱਟਣ ਬਾਜ਼ਾਰ। ਵੈਸੇ ਸ਼ਬਦ ਦੀ ਸ਼ੁਰੂਆਤ ਜਿਹੜੀ ਹੁੰਦੀ, ਉਹਦੇ ਵਿੱਚ ਗੁਰੂ ਨਾਨਕ ਸਾਹਿਬ ਇਹ ਕਹਿੰਦੇ ਕਿ ਆ ਸੰਸਾਰ ਦੇ ਵਿੱਚ ਰਾਜੇ ਰਈਅਤ ਸਿੱਖਦਾਰ ਕੋਈ ਨਾ ਰਹਿਸੀਓ। ਸ਼ੁਰੂਆਤ ਇੱਥੋਂ ਹੈ ਸ਼ਬਦ ਦੀ। ਇਸ ਸੰਸਾਰ ਦੇ ਵਿੱਚ ਕੋਈ ਰਾਜੇ ਰਈਅਤ ਸਿੱਖਦਾਰ, ਚੌਧਰੀ, ਵਜ਼ੀਰ, ਮੰਤਰੀ ਕੋਈ ਲਾ ਲਓ, ਵੀ ਇਸ ਸੰਸਾਰ ਵਿੱਚ ਸੀ ਪਰ ਅੱਜ ਨਹੀਂ। ਰਾਜੇ ਰਈਅਤ ਸਿੱਖਦਾਰ ਕੋਈ ਨਾ ਰਹਿਸੀਓ। ਕੋਈ ਨਹੀਂ ਰਿਹਾ ਇਸ ਸੰਸਾਰ ਵਿੱਚ ਸਦੀਵੀ, ਸਮੇਂ ਨਾਲ ਚਲੇ ਗਏ। ਇੱਥੇ ਅਕਬਰ ਬਾਦਸ਼ਾਹ ਵਰਗਾ ਹੋਇਆ, ਚਲੇ ਗਿਆ। ਸਿਕੰਦਰ ਵਰਗਾ ਹੋਇਆ, ਚਲੇ ਗਿਆ। ਔਰੰਗਜ਼ੇਬ ਵਰਗਾ ਹੋਇਆ, ਚਲੇ ਗਿਆ। ਸਰੀਰ ਕਰਕੇ ਸਾਰੇ ਚਲੇ ਜਾਂਦੇ ਨੇ ਇੱਥੋਂ। ਮਹਾਰਾਜਾ ਰਣਜੀਤ ਸਿੰਘ ਵਰਗੇ ਇਸ ਸੰਸਾਰ ਤੋਂ ਚਲੇ ਗਏ। ਰਾਜੇ ਰਈਅਤ ਸਿੱਖਦਾਰ ਕੋਈ ਨਾ ਰਹਿਸੀਓ। ਹੱਟ ਪੱਟਣ ਬਾਜ਼ਾਰ ਹੁਕਮੀ ਢਹਿਸੀਓ। ਹੱਟ, ਹੱਟੀ, ਸ਼ੌਪ, ਪੱਟਣ, ਬਾਜ਼ਾਰ, ਹੁਕਮੀ ਢਹਿਸੀਓ। ਹੱਟ ਪੱਟਣ ਬਾਜ਼ਾਰ, ਸ਼ਹਿਰ, ਸ਼ਹਿਰ ਦੇ ਵਿੱਚ ਇੱਕ ਬਾਜ਼ਾਰ, ਬਾਜ਼ਾਰ ਦੇ ਵਿੱਚ ਇੱਕ ਹੱਟੀ। ਜਿਵੇਂ ਆਪਾਂ ਕਹੀਏ ਕਲਕੱਤਾ ਇੱਕ ਕੀ ਹੈ? ਸ਼ਹਿਰ। ਸ਼ਹਿਰ ਦੇ ਵਿੱਚ ਅਲੱਗ-ਅਲੱਗ ਬਾਜ਼ਾਰ, ਕੋਈ ਗੜੀਆਹਾਟ ਬਾਜ਼ਾਰ ਹੋ ਗਿਆ, ਕੋਈ ਰਾਸ ਬਿਹਾਰੀ ਬਾਜ਼ਾਰ ਹੋ ਗਿਆ, ਅਲੱਗ-ਅਲੱਗ ਬਾਜ਼ਾਰ ਹੋ ਗਏ ਨਾ। ਹੁਣ ਬਾਜ਼ਾਰ ਦੇ ਵਿੱਚ ਇੱਕ ਹੱਟੀ, ਦੁਕਾਨ। ਹੱਟ, ਹੱਟ ਮਤਲਬ ਹੱਟੀ, ਪੱਟਣ ਸ਼ਹਿਰ, ਬਾਜ਼ਾਰ, ਸ਼ਹਿਰ ਦੇ ਵਿੱਚ ਬਾਜ਼ਾਰ ਇੱਕ। ਹੁਕਮੇ ਢਹਿਸੀਓ। ਕਹਿੰਦੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਉਹ ਵੀ ਢਹਿ ਗਏ। ਪਟਨਾ ਸਾਹਿਬ ਦਾ ਇਤਿਹਾਸ ਪੜ੍ਹੋ, ਕਿੰਨੀ ਵਾਰੀ ਵਸਿਆ ਤੇ ਕਿੰਨੀ ਵਾਰੀ ਉਜੜਿਆ। ਕਿੰਨੀਆਂ ਪੁਰਾਣੀਆਂ ਇਮਾਰਤਾਂ ਤੁਹਾਡੇ ਆਲੇ ਦੁਆਲੇ ਹੋਣਗੀਆਂ ਜਿਹੜੀਆਂ ਸਮੇਂ ਦੇ ਨਾਲ ਢਹਿ ਗਈਆਂ। ਹੱਟ ਪੱਟਣ ਬਾਜ਼ਾਰ ਹੁਕਮੀ ਢਹਿਸੀਓ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਹੁੰਦਾ ਕੀ ਆ? ਮੂਰਖ ਪੱਕੇ ਬੰਕ ਦੁਆਰ, ਮੂਰਖ ਜਾਣੇ ਆਪਣੇ। ਆਪਣੇ ਘਰ ਦੇ ਮਜ਼ਬੂਤ ਦਰਵਾਜ਼ਿਆਂ ਨੂੰ ਵੇਖ ਕੇ ਬੰਦਾ ਇਹ ਸੋਚਦਾ ਕਿ ਮੇਰੇ ਨੇ, ਇਹ ਮੇਰਾ ਘਰ ਹੈ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਉਹ ਭਲੇ ਹੋ। ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ। ਜਾਣ ਰਿਹਾ ਮੂਰਖ ਕੇ ਮੇਰੇ ਨੇ, ਪਰ ਸਤਿਗੁਰੂ ਕਹਿੰਦੇ ਸਮੇਂ ਦੇ ਨਾਲ ਉਹ ਪੱਕੇ ਘਰ ਵੀ ਢਹਿ ਜਾਂਦੇ ਨੇ। ਵੇਖੋ ਨਾ, ਕਿਸੇ ਸਮੇਂ ਰਾਜਿਆਂ ਦੇ ਕਿੰਨੇ ਮਜ਼ਬੂਤ ਮਹਿਲ ਸਨ, ਕਿਲੇ ਸਨ, ਅੱਜ ਮਿਲਦੇ ਨੇ। ਅੱਜ ਉਜਾੜਾਂ ਪੈ ਗਈਆਂ ਉੱਥੇ। ਇਹਦਾ ਮਤਲਬ ਸਮੇਂ ਦੇ ਨਾਲ ਸਭ ਕੁਝ ਖਤਮ ਹੋ ਗਿਆ। ਗੁਰੂ ਸਾਹਿਬ ਕਹਿੰਦੇ ਇੱਥੋਂ ਤੱਕ ਕੋਈ ਆਪਣੇ ਸਿਰ ਤੇ ਕੀਮਤੀ ਚਾਨਣੀ ਲਵਾਉਂਦਾ, ਕੋਈ ਆਪਣੇ ਸਾਹਮਣੇ ਤੰਬੂ ਕਨਾਤਾਂ ਕੀਮਤੀ ਲਵਾਉਂਦਾ, ਪਰ ਸਮੇਂ ਦੇ ਨਾਲ ਉਹ ਵੀ ਪਾਟ ਜਾਂਦੀਆਂ, ਖਤਮ ਹੋ ਜਾਂਦੀਆਂ। ਬਾਗ ਨੇ ਕੀਮਤੀ, ਖਤਮ ਹੋ ਗਏ ਸਮੇਂ ਦੇ ਨਾਲ।
सतगुरु कहते बहुत मजबूत मजबूत लोग, मजबूत चीज़ां, मजबूत थावां समय दे नाल खत्म हो जांदियां, ते जे कुछ रहिंदा ना, नानक सच दा तार शनाखत कुदरती। शनाखत का अर्थ पहचान। कहते सब कुछ नाश हो गया, पर हे नानक जे कुछ सच रहा तो वह खुद दाता देने वाला परमात्मा, कित्थों पता लगता कि वह सच है? शनाखत कुदरती, कुदरत विचों पता लगता। आ पैदा की हुई उहदी कुदरत समय के नाल नाल नाश हो गई। जो उपजियो सो बिनस है परो आज के काल, समय के नाल सब कुछ नाश हो गया, पर जे कुछ सच है वो परमात्मा खुद है, जिहड़ा कल भी सी, अज भी है, कल भी रहेगा। नानक सच दा तार शनाखत कुदरती। कुदरत विचों पता लगेगा कि वह परमात्मा केवल सच है, सच सी, सच रहेगा। वो परमात्मा सिर्फ सच है। मेरे ख्याल ये लड़न की कोई गल ही नहीं। बस रब का कोई वखरा आकार नहीं। जे असी रब का कोई वखरा आकार बना के बैठे, किसी ने रब का कोई रूप तैयार कर दिता, वो गलत है। रब का कोई रूप नहीं, रब का कोई आकार नहीं, वो कुदरत विच है। गुरु नानक साहब जी के रोजाना नितनेम विच ते शब्द पढ़ते, फिर भी असी उलझे पे हाँ। गुरु नानक साहब की कहते, सहस तव नैन। परमात्मा तेरिया हज़ारां अखां ने, मैनू पता, पर फिर कहते नहीं, तेरी एक भी अख नहीं। सहस तव नैन, नन नैन, नहीं तेरी कोई अख नहीं। क्यों? जदों मैं तेनू एक शख्सियत बना के पेश करके कहना कि रब का आ रूप है, नहीं, इवें साहब जी कहते तेरी एक भी अख नहीं, तेरी कोई मूर्ति नहीं स्थापित की जा सकती। पर जदों मैं कुदरत विच वेखदा, तेरिया हज़ारां ही अखां ने, भाव तू सारे जीवां विच बैठा होया सारी कायनात नूं वेख रहा, उदों तेरिया हज़ारां अखां ने। सहस तव नैन, नन नैन है तोहे कहो, सहस मूरत, तेरिया हज़ारां मूर्तियां ने, तेरे हज़ारां रूप ने। पर उदों ने जदों कुदरत विच वसदा है, जदों अकल्ला है, उदों तेरी कोई मूर्ति नहीं। सहस मूरत नन्ना एक तो ही, सहस पद तेरे हज़ारां पैर ने, सहस पद बिमल नन एक पद गंध बिन, तेरे हज़ारां पैर ने। जदों आ जीवां दे विच तू विचरदा, पर जदों तू इकल्ला हो जाना, उदों तेरा एक भी पैर नहीं, क्योंकि तेरा कोई खास रूप नहीं ना। गुरु कलगीधर साहब कहते ना, चक्कर चिन्ह अर वर्ण जात अर पात नहन, जे रूप रंग अर रेख भेख को कह ना सकत के। तेरा कोई विशेष, जिवें हरेक दे फिंगर प्रिंट है ना, परमात्मा का कोई फिंगर प्रिंट नहीं। साडियां अखां दी पहचान आ, परमात्मा की कोई पहचान नहीं। परमात्मा तेरा कोई फिंगर प्रिंट नहीं, कोई विशेष चक्कर नहीं, कोई निशान नहीं। चक्कर चिन्ह अर वर्ण जात अर पात नहन, जे ना तेरी कोई विशेष जात है, ना कोई तेरा विशेष वर्ण है। रूप रंग अर रेख भेख को कह ना सकत के, कोई विशेष तौर ते नहीं कह सकता तेरा आ रूप सी, तेरा आ आकार सी। अचल मूरत अनुभव प्रकाश अमितोज कहीजै, कोट इंद्र इंद्रान शाह शाहान गणीजै। ये की आ? परमात्मा के गुण ही दसे गए। पर परमात्मा तू एक है, पर तेरा कोई आकार नहीं, तेरा कोई विशेष चिन्ह नहीं। मैं ज़्यादा विषय तो बाहर ना जावा, मैं सिर्फ इन्नी गल कि वो परमात्मा जदों कृपालू हो जाए, वो परमात्मा जदों बख्शिश के घर विच आ जाए, उदों जीवन के सारे मनोरथ, उदों जीवन दियां सारियां इच्छावां जड़ियां ने, मुरादां जड़ियां ने, सतगुरु कहते वो पूरियां हो जांदियां। उदों जीवन दे विच आनंद पैदा हो जाता। किवें? नाम जप के। तो मैं ये गल कर रहा सी, नाम जपण का मतलब उहदी होंद नूं मनना है, उहदी कुदरत दे विच होंद स्वीकार करिए। ये ना मनीए कि उहदी होंद केवल एक इमारत विच है, एक एरिए विच है, नहीं। उहदी होंद आ संसार विच मन लईए, अपने आप ही जीवन विच शांति आनंद खेड़ा बन जाएगा। अपने आप ही जीवन की हरेक इच्छा पूरी हो जाएगी।
ਅਸੀਂ ਨਾਮ ਜਪ ਰਹੇ ਹਾਂ ਕੇਵਲ ਹੱਥ ਵਿੱਚ ਪੋਥੀ ਲੈ ਕੇ, ਅਸੀਂ ਨਾਮ ਜਪ ਰਹੇ ਹਾਂ ਕੇਵਲ ਕੁਝ ਸ਼ਬਦਾਂ ਨੂੰ ਦੁਹਰਾ ਕੇ। ਮੈਂ ਨਹੀਂ ਕਹਿੰਦਾ ਕਿ ਮਾੜੀ ਗੱਲ, ਬਹੁਤ ਜ਼ਰੂਰੀ ਹੈ ਇਹ ਵੀ, ਪਰ ਇਹਦੇ ਤੋਂ ਅਗਲਾ ਪੜਾਅ ਹੈ ਕਿ ਉਹਨੂੰ ਕਹਿੰਦਿਆਂ ਆਪਾਂ ਇਸ ਕੁਦਰਤ ਦੇ ਵਿੱਚੋਂ ਜਾਣਨ ਦੀ ਕੋਸ਼ਿਸ਼ ਕਰੀਏ, ਪਹਿਚਾਨਣ ਦੀ ਕੋਸ਼ਿਸ਼ ਕਰੀਏ, ਮੰਨਣ ਦੀ ਕੋਸ਼ਿਸ਼ ਕਰੀਏ। ਅਸੀਂ ਕੇਵਲ ਉਚਾਰਨ ਤੱਕ ਹਾਂ। ਇਹ ਹੈ ਨਾਮ ਜਪਣਾ। ਸਤਿਗੁਰੂ ਇੱਥੇ ਬਚਨ ਕਰ ਰਹੇ ਨੇ ਕਿ ਜਦੋਂ ਇਸ ਪ੍ਰਕਾਰ ਉਸ ਪ੍ਰਮਾਤਮਾ ਨੂੰ ਜਪਦੇ ਆ, ਫਿਰ ਉਹ ਕਿਰਪਾਲੂ ਦਇਆਵਾਨ ਹੁੰਦਾ। ਗੁਰੂ ਪ੍ਰਮਾਤਮਾ ਜਦੋਂ ਦਇਆਵਾਨ ਹੋ ਜਾਂਦਾ, ਫਿਰ ਜੀਵਨ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ, ਸਾਰੀਆਂ ਇਛਾਵਾਂ ਪੂਰੀਆਂ ਹੋ ਜਾਂਦੀਆਂ ਨੇ। ਅਸਥਿਰ ਭਏ ਲਾਗ ਹਰ ਚਰਣੀ, ਗੋਬਿੰਦ ਕੇ ਗੁਣ ਗਾਏ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਾ 3 ਸ਼ਬਦ ਆਉਂਦੇ ਨੇ, ਇਹ ਧਿਆਨ ਦਿਓ। 3 ਸ਼ਬਦ ਆਉਂਦੇ ਨੇ, ਇੱਕ ਥਿਰ, ਇੱਕ ਸਥਿਰ ਤੇ ਇੱਕ ਅਸਥਿਰ। ਵੈਸੇ ਗੁਰਬਾਣੀ ਦੇ ਵਿੱਚ ਕੁਝ ਸ਼ਬਦ ਨੇ ਜਿਨ੍ਹਾਂ ਦੇ ਅੱਗੇ ਐੜਾ ਲੱਗ ਜੇ ਅਗੇਤਰ, ਤੇ ਉਹਦੇ ਅਰਥ ਬਿਲਕੁਲ ਉਲਟ ਹੋ ਜਾਂਦੇ ਨੇ। ਜਿਵੇਂ ਮ੍ਰਿਤ ਸ਼ਬਦ ਹੈ, ਮ੍ਰਿਤ ਦਾ ਅਰਥ ਮੌਤ, ਅੰਮ੍ਰਿਤ ਜਿੱਥੇ ਮੌਤ ਨਾ ਆਵੇ, ਐੜੇ ਨੇ ਉਹਦੇ ਉਲਟ ਅਰਥ ਕਰ ਦਿੱਤੇ, ਵਿਪਰੀਤ। ਪਰ ਜਿਹੜਾ ਇੱਕ ਸਥਿਰ, ਥਿਰ ਤੇ ਅਸਥਿਰ ਸ਼ਬਦ ਹੈ ਨਾ, ਇਹ ਆਪਣੇ ਆਪ ਵਿੱਚ ਤਿੰਨੇ ਸ਼ਬਦ ਇੱਕੋ ਹੀ ਅਰਥ ਰੱਖਦੇ ਨੇ। ਕੁਝ ਕੁ ਥਾਵਾਂ ਤੇ ਜਾ ਕੇ ਅਸਥਿਰ ਦੇ ਅਰਥ ਬਦਲਦੇ ਨੇ, ਪਰ ਬਹੁਤੀਆਂ ਥਾਵਾਂ ਤੇ ਅਸਥਿਰ ਦੇ ਅਰਥ ਵੀ ਇੱਕੋ ਹੀ ਰਹਿੰਦੇ ਨੇ। ਸਥਿਰ ਸ਼ਬਦ ਦਾ ਅਰਥ ਕਾਇਮ ਰਹਿਣ ਵਾਲਾ, ਜਿਹੜਾ ਨਾ ਨਾਸ਼ ਹੋਣ ਵਾਲਾ ਹੋਵੇ। ਅਸਥਿਰ ਦਾ ਅਰਥ ਵੀ ਨਾ ਨਾਸ਼ ਹੋਣ ਵਾਲਾ, ਕਾਇਮ ਰਹਿਣ ਵਾਲਾ। ਜਿਵੇਂ ਸ਼ਬਦ ਆਉਂਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਅਸਥਿਰ ਜੋ ਮਾਨਿਓ ਦੇਹ, ਸੋ ਤੋ ਤੇਰੋ ਹੋਏ ਹੈ ਖੇਹ। ਅਸਥਿਰ ਦਾ ਅਰਥ ਵੀ ਨਾ ਨਾਸ਼ ਹੋਣ ਵਾਲੀ, ਕਿ ਤੂੰ ਇਸ ਦੇਹੀ ਨੂੰ ਮੰਨ ਕੇ ਬੈਠਾ ਕਿ ਨਹੀਂ ਨਾਸ਼ ਹੋਣ ਵਾਲੀ। ਅਸਥਿਰ ਜੋ ਮਾਨਿਓ ਦੇਹ, ਜਿਹੜੀ ਦੇਹੀ ਨੂੰ ਤੂੰ ਸਥਿਰ ਮੰਨ ਕੇ ਬੈਠਾ, ਕਾਇਮ ਰਹਿਣ ਵਾਲੀ ਮੰਨ ਕੇ ਬੈਠਾ। ਹੁਣ ਇੱਥੇ ਅਸਥਿਰ ਦਾ ਅਰਥ ਹੋ ਗਿਆ ਵੀ ਨਾ ਨਾਸ਼ ਹੋਣ ਵਾਲੀ। ਫਿਰ ਅਸਥਿਰ ਰਹੋ, ਡੋਲੋ ਮਤ ਕਬਹੂ। ਉੱਥੇ ਵੀ ਅਸਥਿਰ ਦਾ ਅਰਥ ਹੋ ਗਿਆ ਥਿਰ, ਟਿਕਿਆ ਰਹੋ, ਅਚਲ ਜਿਹਨੂੰ ਆਪਾਂ ਕਹਿ ਦਾਂਗੇ। ਇਸ ਕਰਕੇ ਅਸਥਿਰ ਦੇ ਸ਼ਬਦ ਦੇ ਅਰਥ ਜਿਹੜੇ ਨੇ, ਸਥਿਰ ਸ਼ਬਦ ਦੇ ਅਰਥ ਜਿਹੜੇ ਨੇ, ਸਥਿਰ ਸ਼ਬਦ ਦੇ ਜਿਹੜੇ ਅਰਥ ਨੇ, ਇਹ ਗੁਰਬਾਣੀ ਦੇ ਵਿੱਚ ਲਗਭਗ ਇੱਕ ਹੀ ਰਹਿੰਦੇ ਨੇ। ਲਗਭਗ ਮੈਂ ਸ਼ਬਦ ਵਰਤ ਰਿਹਾ। ਇੱਥੇ ਅਸਥਿਰ ਦਾ ਅਰਥ ਹੈ ਜਿਹੜਾ ਨਾ ਨਾਸ਼ਵਾਨ ਹੋਵੇ, ਵੀ ਕਦੀ ਨਾਸ਼ ਨਹੀਂ ਹੋਣਾ ਜਿਹਨੇ। ਸਤਿਗੁਰੂ ਕਹਿੰਦੇ ਅਸਥਿਰ ਭਏ ਲਾਗ ਹਰ ਚਰਣੀ। ਜਿਹੜੇ ਪ੍ਰਮਾਤਮਾ ਦੇ ਚਰਨਾਂ ਨਾਲ ਲੱਗ ਜਾਂਦੇ ਨੇ ਨਾ, ਉਹ ਆਪਣੇ ਜੀਵਨ ਦੇ ਵਿੱਚ ਅਡੋਲ ਹੋ ਜਾਂਦੇ ਨੇ। ਅਸਥਿਰ, ਅਡੋਲ ਹੋ ਜਾਂਦੇ ਨੇ। ਹੁਣ ਉਹ ਡੋਲਦੇ ਨਹੀਂ, ਸਥਿਰ ਹੋ ਜਾਂਦਾ ਉਹਨਾਂ ਦਾ ਅੰਦਰ, ਉਹਨਾਂ ਦੀ ਭਟਕਣਾ ਮੁੱਕ ਜਾਂਦੀ ਹੈ। ਅਸਥਿਰ ਭਏ ਲਾਗ ਹਰ ਚਰਣੀ, ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਕੇ। ਗੋਬਿੰਦ ਕੇ ਗੁਣ ਗਾਏ, ਧਰਤੀ ਦੇ ਮਾਲਕ ਪ੍ਰਮਾਤਮਾ ਦੇ ਗੁਣਾਂ ਨੂੰ ਗਾ ਕੇ। ਸਭ ਕਹਿੰਦੇ ਉਹ ਮਨੁੱਖ ਮਾਇਆ ਵਾਲੇ ਪਾਸੇ ਤੋਂ ਨਾ ਅਸਥਿਰ ਹੋ ਜਾਂਦੇ ਨੇ, ਡੋਲਦੇ ਨਹੀਂ ਹੋਣਾ। ਅਸਥਿਰ ਰਹੋ, ਡੋਲੋ ਮਤ ਕਬਹੂ। ਹੁਣ ਉਹ ਡੋਲਦੇ ਨਹੀਂ, ਉਹ ਅਸਥਿਰ ਹੋ ਜਾਂਦੇ ਨੇ, ਟਿਕਾਓ ਵਿੱਚ ਆ ਜਾਂਦੇ ਨੇ। ਅਸਥਿਰ ਭਏ ਲਾਗ ਹਰ ਚਰਣੀ, ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਕੇ ਉਹ ਇਸ ਅਵਸਥਾ ਨੂੰ ਮਾਣਦੇ ਨੇ। ਅੱਗੇ ਸਤਿਗੁਰੂ ਕਹਿੰਦੇ ਮਿਲੇ ਸੁਆਮੀ ਪ੍ਰੀਤਮ ਆਪੁਨੇ, ਘਰ ਮੰਦਰ ਸੁਖਦਾਈ। ਕਹਿੰਦੇ ਉਹ ਮਨੁੱਖ ਜਦੋਂ ਆਪਣੇ ਪ੍ਰੀਤਮ ਪਿਆਰੇ ਮਾਲਕ ਨੂੰ ਮਿਲ ਪੈਂਦੇ ਨੇ ਨਾ, ਘਰ ਮੰਦਰ ਸੁਖਦਾਈ। ਘਰ, ਹਿਰਦਾ ਘਰ, ਮੰਦਰ ਦਾ ਅਰਥ ਵੀ ਘਰ ਹੀ ਹੁੰਦਾ। ਉਹਨਾਂ ਦਾ ਹਿਰਦਾ ਘਰ ਜਿਹੜਾ ਹੈ, ਬਾਹਰੀ ਤੌਰ ਤੇ ਵੀ ਘਰ ਦੀ ਗੱਲ ਕਰ ਲਈਏ, ਉਹਨਾਂ ਲਈ ਸੁਖਦਾਈ ਬਣ ਜਾਂਦਾ ਹੈ। ਨਹੀਂ ਤੇ ਸਤਿਗੁਰੂ ਕਹਿੰਦੇ ਭਾਵੇਂ ਕੋਈ ਮਹਿਲਾਂ ਵਿੱਚ ਵੱਸਦਾ ਹੋਵੇ, ਪਰ ਜੇ ਉਹਦੇ ਅੰਦਰ ਪ੍ਰਮਾਤਮਾ ਦੀ ਯਾਦ ਨਹੀਂ, ਉਹਨੂੰ ਮਹਿਲਾਂ ਦੇ ਵਿੱਚ ਵੀ ਟਿਕਾਓ ਨਹੀਂ। ਪਰ ਦੂਸਰੇ ਪਾਸੇ ਜੇ ਕਿਸੇ ਦੀ ਟੁੱਟੀ ਹੋਈ ਝੌਂਪੜੀ ਹੋਵੇ,
ਪਰ ਜੇ ਪ੍ਰਮਾਤਮਾ ਦੀ ਯਾਦ ਹਿਰਦੇ ਵਿੱਚ ਆ ਨਾ, ਉਹ ਟੁੱਟੀ ਹੋਈ ਝੌਂਪੜੀ ਦੇ ਵਿੱਚ ਵੀ ਚੜ੍ਹਦੀ ਕਲਾ ਨਾਲ ਆਪਣਾ ਸਮਾਂ ਬਤੀਤ ਕਰਦਾ, ਚੜ੍ਹਦੀ ਕਲਾ ਵਿੱਚ ਰਹਿੰਦਾ। ਬਸਤਾ ਟੁੱਟੀ ਝੌਂਪੜੀ, ਚੀਰ ਸਭ ਛਿੰਨਾ, ਪਾਟੇ ਹੋਏ ਕੱਪੜੇ ਪਾਏ, ਟੁੱਟੀ ਹੋਈ ਝੌਂਪੜੀ ਹੈ। ਜਾਤ ਨਾ ਪਾਤ ਨਾ ਆਦਰ, ਉਦਿਆਨ ਭਰਮਿੰਨਾ, ਮਿੱਤਰ ਨਾ ਇੱਠ ਤਨ ਰੂਪਹੀਣ, ਕਿਸ ਸਾਕ ਨਾ ਸਿੰਨਾ। ਸਭ ਕਹਿੰਦੇ ਨਾ ਕੋਈ ਉਹਦਾ ਵਿਸ਼ੇਸ਼ ਮਿੱਤਰ ਹੀ ਬਣਦਾ, ਵੀ ਇਹੋ ਜਿਹੀ ਹਾਲਤ, ਟੁੱਟੀ ਹੋਈ ਝੌਂਪੜੀ, ਪਾਟੇ ਹੋਏ ਕੱਪੜੇ, ਬਸਤਾ ਟੁੱਟੀ ਝੌਂਪੜੀ, ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ। ਕੋਈ ਜਾਤ ਪਾਤ ਕਰਕੇ ਉਹਦਾ ਆਦਰ ਵੀ ਨਹੀਂ ਕਰਦਾ, ਨੀਵੀਂ ਜਾਤੀ ਦਾ ਕਹਿ ਕੇ ਦੁਰਕਾਰਦਾ, ਨਾ ਕੋਈ ਉਹਦਾ ਮਿੱਤਰ ਬਣਦਾ ਐਸੀ ਹਾਲਤ ਕਰਕੇ। ਪਰ ਸਤਿਗੁਰੂ ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਭਿੰਨਾ। ਜੇ ਪ੍ਰਮਾਤਮਾ ਨਾਲ ਪਿਆਰ ਆ ਨਾ, ਫਿਰ ਉਹਦਾ ਪ੍ਰਮਾਤਮਾ ਨਾਲ ਪਿਆਰ ਹੋਣ ਕਰਕੇ ਅੰਦਰ ਉਹ ਆਪਣੇ ਭਾਵੇਂ ਟੁੱਟੀ ਹੋਈ ਝੌਂਪੜੀ ਆ ਨਾ, ਪਾਟੇ ਹੋਏ ਕੱਪੜੇ, ਅੰਦਰ ਮਹਿਸੂਸ ਕਰਦਾ ਮੈਂ ਰਾਜਾ ਵਾਂ, ਰਾਜਿਆਂ ਵਰਗੀ ਜ਼ਿੰਦਗੀ ਬਤੀਤ ਕਰਦਾ ਉਹ। ਹੁਣ ਰਾਜੇ ਦਾ ਅਰਥ ਹੀ ਇਹ ਆ ਜਿਹੜਾ ਰੱਜਿਆ ਹੋਇਆ। ਰਾਜੇ ਸ਼ਬਦ ਦਾ ਅਰਥ ਜਿਹੜਾ ਨਾ ਰੱਜਿਆ ਹੋਇਆ, ਭਾਵ ਉਹ ਆਪਣੇ ਆਪ ਨੂੰ ਰੱਜਿਆ ਹੋਇਆ ਮਹਿਸੂਸ ਕਰਦਾ। ਹੁਣ ਕਮਾਲ ਦੀ ਗੱਲ ਨਹੀਂ, ਟੁੱਟੀ ਹੋਈ ਝੌਂਪੜੀ, ਪਾਟੇ ਕੱਪੜੇ, ਕੋਈ ਸਨਮਾਨ ਆਦਰ ਨਹੀਂ ਕਰਦਾ, ਪਰ ਫਿਰ ਵੀ ਆਪਣੇ ਆਪ ਵਿੱਚ ਰੱਜਿਆ ਹੋਇਆ ਬੰਦਾ। ਇਹ ਤਾਂ ਹੋ ਸਕਦਾ ਹਰ ਨਾਮ ਮਨ ਭਿੰਨਾ, ਜੇ ਪ੍ਰਮਾਤਮਾ ਦੇ ਨਾਲ, ਪ੍ਰਮਾਤਮਾ ਦੇ ਨਾਮ ਦੇ ਨਾਲ, ਉਹਦੀ ਹੋਂਦ ਦੇ ਨਾਲ ਮਨ ਜੁੜਿਆ ਹੋਇਆ। ਪਰ ਦੂਸਰੇ ਪਾਸੇ ਗੁਰੂ ਸਾਹਿਬ ਕਹਿੰਦੇ ਬਸੰਤ ਸਵਰਗ ਲੋਕਾ, ਜਿਤ ਤੇ ਪ੍ਰਿਥਵੀ ਨਵ ਖੰਡਣਾ ਹੈ, ਬਿਸਰੰਤ ਹਰ ਗੋਪਾਲਾ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ। ਸਤਿਗੁਰੂ ਕਹਿੰਦੇ ਭਾਵੇਂ ਕੋਈ ਸਵਰਗ ਦੇਸ਼ ਵਰਗੇ ਥਾਂ ਤੇ ਰਹਿੰਦਾ ਹੋਵੇ, ਬਸੰਤ ਸਵਰਗ ਲੋਕਾ, ਸਵਰਗ ਲੋਕ ਵਿੱਚ ਵੱਸਦਾ ਹੋਵੇ, ਸਾਰੀ ਧਰਤੀ ਨੂੰ ਜਿੱਤ ਲਏ, ਸਾਰੀ ਧਰਤੀ ਤੇ ਰਾਜ ਸਥਾਪਿਤ ਕਰ ਲਏ, ਪਰ ਜੇ ਪ੍ਰਮਾਤਮਾ ਦੀ ਯਾਦ ਭੁੱਲੀ ਨਾ, ਇੰਜ ਸਮਝੋ ਜਿਵੇਂ ਕੋਈ ਬੰਦਾ ਜੰਗਲ ਵਿੱਚ ਰਾਹ ਭਟਕ ਗਿਆ ਹੋਵੇ। ਉਹ ਭਟਕਦਾ ਫਿਰਦਾ ਨਾ ਜੰਗਲ ਵਿੱਚ, ਕਦੀ ਇੱਧਰ ਕਦੀ ਉੱਧਰ, ਕਦੀ ਇੱਧਰ ਕਦੀ ਉੱਧਰ। ਬਸੰਤ ਸਵਰਗ ਲੋਕਾ, ਜਿਤ ਤੇ ਪ੍ਰਿਥਵੀ ਨਵ ਖੰਡਣਾ, ਬਿਸਰੰਤ ਹਰ ਗੋਪਾਲਾ। ਜੇ ਧਰਤੀ ਦੇ ਪਾਲਣਹਾਰ ਪ੍ਰਮਾਤਮਾ ਨੂੰ ਭੁਲਾ ਦਿੱਤਾ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ। ਹੇ ਨਾਨਕ, ਉਹ ਪ੍ਰਾਣੀ ਇਵੇਂ ਸਮਝੋ ਜਿਵੇਂ ਕੋਈ ਜੰਗਲ ਵਿੱਚ ਭਟਕ ਰਿਹਾ। ਇਸ ਕਰਕੇ ਸਤਿਗੁਰੂ ਕਹਿੰਦੇ ਮਿਲੇ ਪ੍ਰੀਤਮ, ਮਿਲੇ ਸੁਆਮੀ ਪ੍ਰੀਤਮ, ਆਪਣੇ ਘਰ ਮੰਦਰ ਸੁਖਦਾਈ। ਉਹਨੂੰ ਹਿਰਦਾ ਘਰ ਸੁੱਖ ਦੇਣ ਵਾਲਾ ਪ੍ਰਤੀਤ ਹੋਣ ਲੱਗ ਜਾਂਦਾ, ਉਹਨੂੰ ਆਪਣੇ ਘਰ ਵਿੱਚ ਸੁੱਖ ਮਹਿਸੂਸ ਹੁੰਦਾ, ਆਪਣੇ ਹਿਰਦੇ ਘਰ ਵਿੱਚ ਸੁੱਖ ਮਹਿਸੂਸ ਹੁੰਦਾ, ਕਿਉਂਕਿ ਪ੍ਰੀਤਮ ਪਿਆਰੇ ਨੂੰ ਮਿਲ ਗਿਆ। ਪਿਆਰੇ ਪ੍ਰਭੂ ਨੂੰ ਮਿਲਣ ਕਰਕੇ ਉਹਦਾ ਜੀਵਨ ਸੁੱਖਾਂ ਦਾ ਹੀ ਬਣ ਜਾਂਦਾ ਹੈ। ਹਰ ਨਾਮ ਨਿਧਾਨ, ਨਾਨਕ ਜਨ ਪਾਇਆ, ਸਗਲੀ ਏਸ਼ ਪੁਜਾਈ। ਹੇ ਦਾਸ ਨਾਨਕ, ਹਰ ਨਾਮ ਨਿਧਾਨ ਜਨ ਪਾਇਆ। ਜਿਹੜੇ ਸੇਵਕ, ਇੱਥੇ ਜਨ ਨੰਨਾ ਮੁਕਤਾ ਹੈ, ਬਹੁਤੇ ਸੇਵਕਾਂ ਦੀ ਗੱਲ, ਜਿਹੜੇ ਮਨੁੱਖ ਹਰ ਨਾਮ ਨਿਧਾਨ, ਨਿਧਾਨ ਕਹਿੰਦੇ ਨੇ ਖਜ਼ਾਨੇ ਨੂੰ, ਪਰਮਾਤਮਾ ਦੇ ਨਾਮ ਦੇ ਖਜ਼ਾਨੇ ਨੂੰ ਪ੍ਰਾਪਤ ਕਰ ਲੈਂਦੇ ਨੇ। ਜਿਹੜੇ ਹੇ ਦਾਸ ਨਾਨਕ, ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਦੇ ਖਜ਼ਾਨੇ ਨੂੰ ਪ੍ਰਾਪਤ ਕਰ ਲੈਂਦੇ ਨੇ, ਸਗਲੀ ਇਸ਼ ਪੁਜਾਈ, ਉਹਨਾਂ ਦੀ ਹਰੇਕ ਕਾਮਨਾ ਜਿਹੜੀ ਹੈ ਉਹ ਪੂਰੀ ਹੋ ਜਾਂਦੀ ਹੈ, ਉਹਨਾਂ ਦੀ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ। ਕਿਹਨਾਂ ਦੀ? ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੇ ਖਜ਼ਾਨੇ ਨੂੰ ਪ੍ਰਾਪਤ ਕਰ ਲਿਆ। ਗੁਰੂ ਕਿਰਪਾ ਕਰੇ, ਜੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇਸ ਸ਼ਬਦ ਵਿੱਚ ਸਾਨੂੰ ਦ੍ਰਿੜਤਾ ਦੇ ਰਹੇ ਨੇ, ਉਸ ਦ੍ਰਿੜਤਾ ਨੂੰ ਅਸੀਂ ਆਪਣੇ ਹਿਰਦੇ ਅੰਦਰ ਕਾਇਮ ਕਰਨ ਦਾ ਯਤਨ ਕਰੀਏ। ਇੱਕ ਤੇ ਪ੍ਰਮਾਤਮਾ ਦੇ ਨਾਮ ਨੂੰ ਜਪਣ ਦਾ ਭਾਵ, ਉਹਦੀ ਹੋਂਦ ਨੂੰ ਮੰਨਣ ਦਾ, ਇਸ ਕੁਦਰਤ ਵਿੱਚ ਉਹਦੀ ਹੋਂਦ ਨੂੰ ਸਵੀਕਾਰ ਕਰਨ ਦਾ ਯਤਨ ਕਰੀਏ। ਇਹ ਉਹਦੇ ਨਾਮ ਨੂੰ ਜਪਣਾ, ਜਦੋਂ ਇਸ ਪ੍ਰਕਾਰ ਅਸੀਂ ਨਾਮ ਜਪਣਾ ਸ਼ੁਰੂ ਕਰ ਲਿਆ, ਫਿਰ ਉਸ ਗੁਰੂ ਦੀ, ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣ ਗਏ, ਜਿਹਦੇ ਨਾਲ ਸਾਡੀ ਹਰੇਕ ਇੱਛਾ ਪੂਰੀ ਹੋ ਜਾਏਗੀ। ਫਿਰ ਜੀਵਨ ਦੇ ਵਿੱਚ ਆਨੰਦ, ਟਿਕਾਊ ਸ਼ਾਂਤੀ ਦੀ ਦਾਤ ਪ੍ਰਾਪਤ ਹੋ ਜਾਏਗੀ। ਸਤਿਗੁਰੂ ਮਿਹਰ ਕਰਨ, ਕਿਰਪਾ ਕਰਨ, ਅਸੀਂ ਪਰਮਾਤਮਾ ਦੇ ਨਾਮ ਦੇ ਖਜ਼ਾਨੇ ਦੀ ਪ੍ਰਾਪਤੀ ਗੁਰੂ ਕੋਲੋਂ ਕਰਕੇ ਆਪਣੇ ਜੀਵਨ ਦੇ ਵਿੱਚ ਉਸ ਅਵਸਥਾ ਨੂੰ ਮਾਣ ਸਕੀਏ। ਸ਼ਬਦ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਫਤਿਹ ਦੀ ਸਾਂਝ ਪ੍ਰਵਾਨ ਕਰੋ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।